ਈਸ਼ਵਾ। ਜੈ ਮਸੀਹ ਦੀ, ਪ੍ਰਭੂ ਯਿਸੂਆ ਹਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਆਪ ਸਭ ਦੀ ਸਲਾਮਤੀ ਹੋਵੇ। ਪ੍ਰਭੂ ਆਪ ਸਭ ਨੂੰ ਸ਼ਾਂਤ ਕਰਨ ਔਰ ਪ੍ਰਭੂ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ। ਸੋ ਬਹੁਤ ਸਮੇਂ ਤੋਂ ਬਾਅਦ ਅਸੀਂ ਆਨਲਾਈਨ ਤੁਹਾਡੇ ਵਿਚਕਾਰ ਆਇਆ ਹਾਂ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਇਹ ਖੂਬਸੂਰਤ ਸਮਾਂ ਪ੍ਰਭੂ ਈਸ਼ਵਰ ਨੇ ਦਿੱਤਾ ਹੈ ਸਾਨੂੰ। ਸੋ ਆਓ ਅਸੀਂ ਅੱਜ ਦੇ ਪਵਿੱਤਰ ਵਚਨ ਦੇ ਵਿੱਚ ਚੱਲਦੇ ਹਾਂ। ਸੋ ਅੱਜ ਦੇ ਪਵਿੱਤਰ ਵਚਨ ਦਾ ਜੋ ਟੌਪਿਕ ਹੈ ਕਿ ਉਹ ਹੀ ਹੈ ਕਿ ਸਾਡਾ ਧਿਆਨ ਕਿੱਥੇ ਹੈ, ਸਾਡਾ ਮਨ ਸਾਡਾ ਕਿੱਥੇ ਹੈ। ਹਾਲੇਲੂਇਆ। ਸੋ ਮੈਂ ਤੁਹਾਡੇ ਨਾਲ ਪਵਿੱਤਰ ਵਚਨ ਪੜ੍ਹਦਾ ਹਾਂ। ਕਹੋਤਾਂ 4 ਅਧਿਆਇ ਦਾ 23 ਵਚਨ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ, ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੂਨ ਦੀਆਂ ਤਾਰਾਂ ਉਸੇ ਤੋਂ ਨਿਕਲਦੀਆਂ ਹਨ। ਹਾਲੇਲੂਇਆ। ਸੋ ਬਾਈਬਲ ਦੇ ਵਿੱਚ ਲਿਖਿਆ ਕਿ ਆਪਣੇ ਮਨ ਦੀ ਵੱਡੀ ਚੌਕਸੀ ਕਰ। ਸਾਨੂੰ ਕਿਸ ਚੀਜ਼ ਤੋਂ ਚੌਕਸ ਰਹਿਣ ਦੀ ਲੋੜ ਹੈ? ਅਸੀਂ ਆਪਣੇ ਮਨ ਦੀ ਚੌਕਸੀ ਕੀ ਕਰਨੀ ਹੈ? ਸਾਨੂੰ ਇਸੇ ਗੱਲ ਦੀ ਚੌਕਸੀ ਕਰਨੀ ਹੈ ਕਿ ਸਾਡਾ ਧਿਆਨ ਪ੍ਰਭੂ ਯਿਸੂਆ ਮਸੀਹਾ ਵੱਲ ਲੱਗਾ ਰਹੇ। ਅਸੀਂ ਕਿਤੇ ਪ੍ਰਭੂ ਯਿਸੂਆ ਮਸੀਹਾ ਦੀ ਵੱਲੋਂ ਸਾਡਾ ਧਿਆਨ ਕਿਤੇ ਭਟਕ ਤਾਂ ਨਹੀਂ ਗਿਆ। ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਸਾਡਾ ਮਨ ਪ੍ਰਭੂ ਯਿਸੂਆ ਮਸੀਹਾ ਦੀ ਵੱਲੋਂ ਕਦੀ ਨਾ ਹਟੇ। ਅਗਰ ਸਾਡਾ ਮਨ ਪ੍ਰਭੂ ਯਿਸੂਆ ਮਸੀਹਾ ਦੀ ਵੱਲੋਂ ਹਟ ਕੇ ਸੰਸਾਰ ਦੀ ਵੱਲ ਲੱਗ ਗਿਆ ਹੈ ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਦੇ ਵਚਨ 'ਚ ਸਾਨੂੰ ਇਹ ਦੱਸਿਆ ਹੈ ਕਿ ਸੰਸਾਰ ਦੀ ਮਿੱਤਰਤਾ ਪਰਮੇਸ਼ਵਰ ਦੇ ਨਾਲ ਵੈਰ ਹੈ। ਯਾਕੂਬ ਦੀ ਕਿਤਾਬ 4 ਅਧਿਆਇ ਦੇ 4 ਵਚਨ 'ਚ ਤੁਸੀਂ ਪੜ੍ਹ ਸਕਦੇ ਹੋ ਕਿ ਅਗਰ ਸੰਸਾਰ ਦੀ ਮਿੱਤਰਤਾ ਪਰਮੇਸ਼ਵਰ ਦੇ ਨਾਲ ਵੈਰ ਹੈ, ਸਾਡਾ ਧਿਆਨ, ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਕਿ ਸਾਡਾ ਧਿਆਨ, ਸਾਡਾ ਮਨ ਪ੍ਰਭੂ ਯਿਸੂਆ ਮਸੀਹਾ ਦੀ ਵੱਲੋਂ ਨਾ ਭਟਕੇ। ਸਾਡਾ ਮਨ ਪ੍ਰਭੂ ਯਿਸੂਆ ਮਸੀਹਾ ਦੀ ਵੱਲ ਲੱਗਾ ਰਹੇ। ਹਾਲੇਲੂਇਆ। ਅਗਰ ਅਸੀਂ ਸੰਸਾਰ ਦੀ ਵੱਲ ਆਪਣਾ ਧਿਆਨ ਲਗਾਉਂਦੇ ਹਾਂ ਤਾਂ ਮੇਰੇ ਭਰਾਵੋ, ਸਾਡੇ ਨਾਲ ਕੀ ਹੋ ਸਕਦਾ ਹੈ ਕਿ ਅਸੀਂ ਪ੍ਰਭੂ ਯਿਸੂਆ ਮਸੀਹਾ ਦੇ ਉਸ ਮਕਸਦ ਨੂੰ ਪੂਰਾ ਨਹੀਂ ਕਰ ਸਕਦੇ। ਅਸੀਂ ਪ੍ਰਭੂ ਦੀ ਬੁਲਾਹਟ ਜੋ ਸਾਡੇ ਨਾਲ ਉਹਦੇ ਕੰਮ ਹਨ, ਅਸੀਂ ਉਹਨੂੰ ਪੂਰਾ ਨਹੀਂ ਕਰ ਸਕਦੇ। ਫਿਰ ਸਾਡਾ ਵੀ ਹਾਲ ਲੂਤ ਦੀ ਤੀਵੀਂ ਵਰਗਾ ਹੋਵੇਗਾ। ਭਾਵੇਂ ਫਿਰ ਸਾਨੂੰ ਸਵਰਗ ਦੂਤ ਬਾਹੋਂ ਫੜ ਕੇ ਖਿੱਚ ਕੇ ਲੈ ਕੇ ਜਾਣ, ਫਿਰ ਵੀ ਅਸੀਂ ਉਸ ਮਕਸਦ ਤੱਕ ਪਹੁੰਚ ਨਹੀਂ ਸਕਾਂਗੇ। ਹਾਲੇਲੂਇਆ। ਤੋ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਫੋਕਸ, ਸਾਡਾ ਧਿਆਨ, ਸਾਡਾ ਮਨ ਜਿਹੜਾ ਹੈ ਉਹ ਪ੍ਰਭੂ ਯਿਸੂਆ ਮਸੀਹਾ ਦੇ ਉੱਤੇ ਲੱਗਾ ਰਹੇ, ਕੇਵਲ ਯਿਸੂਆ ਮਸੀਹਾ ਦੇ ਉੱਤੇ ਲੱਗਾ ਰਹੇ। ਇਸ ਲਈ ਚੌਕਸ ਰਹੋ, ਆਪਣੇ ਮਨ ਨੂੰ ਭਟਕਣ ਨਹੀਂ ਦੇਣਾ। ਹਾਲੇਲੂਇਆ। ਆਪਣੇ ਮਨ ਦੇ ਵਿੱਚ ਪ੍ਰਭੂ ਯਿਸੂਆ ਮਸੀਹਾ ਨੂੰ ਵਸਾ ਲਓ। ਤੁਹਾਡੇ ਮਨਾਂ ਦੇ ਵਿੱਚ ਪ੍ਰਭੂ ਯਿਸੂਆ ਮਸੀਹਾ ਦਾ ਵਾਸ ਹੋਣਾ ਚਾਹੀਦਾ ਹੈ। ਹਾਲੇਲੂਇਆ। ਤੁਸੀਂ ਪੜ੍ਹੋ ਅਫੀਸੀਆਂ ਦੀ ਕਿਤਾਬ 3 ਅਧਿਆਇ ਦਾ 17 ਵਚਨ। ਅਫੀਸੀਆਂ ਦੀ ਕਿਤਾਬ 3 ਅਧਿਆਇ ਦਾ 17 ਵਚਨ ਮੈਂ ਤੁਹਾਡੇ ਨਾਲ ਪੜ੍ਹਾਂਗਾ ਕਿ ਮਸੀਹ ਤੁਹਾਡਿਆਂ ਮਨਾਂ ਵਿੱਚ ਨੇਚਾ ਦੇ ਦੁਆਰਾ ਵਸੇ, ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ। ਹਾਲੇਲੂਇਆ। ਸੋ ਕੀ ਲਿਖਿਆ ਵਚਨ ਦੇ ਵਿੱਚ? ਮਸੀਹ ਤੁਹਾਡੇ ਮਨਾਂ ਦੇ ਵਿੱਚ ਵਾਸ ਕਰੇ। ਜੇਕਰ ਮਸੀਹ ਤੁਹਾਡੇ ਮਨਾਂ ਦੇ ਵਿੱਚ ਵਾਸ ਕਰੇਗਾ, ਅਗਰ ਪ੍ਰਭੂ ਯਿਸੂਆ ਮਸੀਹਾ ਤੁਹਾਡੇ ਮਨਾਂ ਵਿੱਚ ਵਾਸ ਕਰੇਗਾ ਤਾਂ ਐਟੋਮੈਟਿਕਲੀ ਤੁਹਾਡੀ ਨੇਚਾ ਵੱਧ ਜਾਵੇਗੀ। ਫਿਰ ਤੁਹਾਡੀ ਨੇਚਾ ਜਦੋਂ ਵੱਧ ਜਾਵੇਗੀ ਤਾਂ ਪਰਮੇਸ਼ਵਰ ਤੁਹਾਡੇ ਨਾਲ ਕੰਮ ਵੀ ਕਰੇਗਾ। ਹਾਲੇਲੂਇਆ। ਸਾਨੂੰ ਆਪਣੀ ਨੇਚਾ ਨੂੰ ਵਧਾਉਣ ਦੇ ਲਈ ਸਾਡੇ ਮਨ ਵਿੱਚ ਸਾਡੇ ਪ੍ਰਭੂ ਯਿਸੂਆ ਮਸੀਹਾ ਦਾ ਵਾਸ ਹੋਣਾ ਬਹੁਤ ਜ਼ਰੂਰੀ ਹੈ। ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਕਿ ਪ੍ਰਭੂ ਯਿਸੂਆ ਮਸੀਹਾ ਨੂੰ ਵਸਾਉਣਾ ਹੈ ਅਗਰ ਮਨ ਵਿੱਚ, ਤਾਂ ਸੰਸਾਰਿਕ ਜ਼ਰੂਰਤਾਂ ਦੇ ਲਈ ਨਹੀਂ, ਬਲਕਿ ਯਿਸੂਆ ਮਸੀਹਾ ਨੂੰ ਪਾਉਣ ਦੇ ਲਈ। ਤੁਸੀਂ ਉਸ ਦਾ ਪ੍ਰੇਮ ਦੇਖੋ। ਪ੍ਰਭੂ ਯਿਸੂਆ ਮਸੀਹਾ ਨੇ ਸਾਡੇ ਨਾਲ ਅਜਿਹਾ ਪ੍ਰੇਮ ਕੀਤਾ, ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਉਸ ਦੇ ਦਿਲ ਉੱਤੇ ਨੇਜ਼ਾ ਮਾਰਿਆ ਗਿਆ। ਉਹਦੀਆਂ ਪਸਲੀਆਂ ਦੇ ਵਿੱਚੋਂ ਦੀ ਨਿਕਲ ਕੇ ਨੇਜ਼ਾ ਉਹਦੇ ਦਿਲ ਦੇ ਵਿੱਚ ਲੱਗਿਆ ਜਾ ਕੇ, ਕਹਿ ਲਓ ਕਿ ਪਾੜ ਦਿੱਤਾ ਗਿਆ ਦਿਲ ਉਹਦਾ, ਸਿਰਫ ਸਾਡੇ ਨਾਲ ਪਿਆਰ ਦੇ ਕਰਕੇ। ਤੋ ਸਾਡਾ ਪ੍ਰੇਮ ਵੀ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
प्रभु दी वल चाहत होनी चाहिए है, प्रभु यीशु मसीहा की चाहत होनी चाहिए है। हालेलुया। साडी नेचा इस तरह की नहीं होनी चाहिए कि मैनू वड्डी गड्डी मिल जाए, मैनू वधिया काम मिल जाए, मैनू वधिया घर मिल जाए। हालेलुया। ये चीज़ां नहीं, प्रभु यीशु मसीहा मैनू मिलना चाहिए है, प्रभु यीशु मसीहा मैनू मिलना चाहिए है। प्रभु यीशु मसीहा ने अपना प्यार क्रूस ते साडे नाल तुहाडे नाल साझा कीता है। हालेलुया। उसने क्रूस उत्ते बलिदान दे के तुहाडे नाल अपना प्यार साझा कीता है। इस जगत नू अपने लहू दे नाल धो के उन्हें शुद्ध कीता है। हुण असीं की करना है, अपने मनां दे विच प्रभु यीशु मसीहा दा वास होना चाहिए है। संसारिक चीज़ां दे लई अपनी नेचा नू ना वधाओ। ये सब चीज़ां तुहानू दित्तियां जाणगियां जदों तुहाडे मनां दे विच प्रभु यीशु मसीहा वास करनगे। हालेलुया। जदों प्रभु यीशु मसीहा तुहाडे अंदर वास करनगे, तुहाडे मनां दे विच वास करनगे, तां तुहाडी नेचा दे द्वारा तुहानू सब कुछ मिल जाएगा। हालेलुया। सो परमेश्वर दा वास तुहाडे मनां दे विच होना चाहिए है। हालेलुया। सो एक होर आपां चीज़ देखते हाँ कि प्रभु यीशु मसीहा जिस वेले साडे बदले उसने पूरे जगत के बदले अपनी जान दिती आ, उस वक्त प्रभु यीशु मसीहा ने साडे नाल कोई भी ऐसी कह लो कि तुसी साडे तो कोई भी उसनू चाहत नहीं सी कि ये सानू की वापस देणगे, पर प्रभु यीशु मसीहा ने सानू प्यार किया। उहदे प्यार दे विच कोई स्वार्थ नहीं आ। हालेलुया। सो परमेश्वर दा प्यार साडे नाल बहुता प्यार है। इस करके तुसी उस दे नाल अपनी नेचा नू वधाओ, अपने मन विच प्रभु यीशु मसीहा दा वास करो। हालेलुया। सो मरकस की किताब 4:24 दे विच लिखिया होया कि चौकस रहो तुसी की सुनते हो। चौकस रहो तुसी की सुनते हो। अगर तुसी संसारिक गल्लां नू सुनते हो, संसारिक हिसाब नू सुनते हो, तां तुहानू ओही कुछ मिलेगा। जिहो जिहा तुसी सुनते हो तुहाडे कन्नां दे विच जिहो जिहा पवेगा, तुहाडे मन दे अंदर ओही इकट्ठा होवेगा ते तुसी ओही ही बोलोगे, तो ओहो जिहा ही तुहाडा सुभाव हो जाएगा। हालेलुया। सो इस करके बाइबल दे विच तुसी पढ़ो कोलोसियों की किताब 3 अध्याय दा 16 वचन। कोलोसियों की किताब 3 अध्याय दा 16 वचन। मसीह दा वचन पूरी बुद्ध नाल तुहाडे विच बहुता करके वसे अते तुसीं जबूरां अते भजनां अते आत्मिक गीतां द्वारा एक दूए नू उपदेश दिया करो अते चितारिया करो अते किरपा नाल परमेश्वर नू अपने मनां विच गाया करो। हालेलुया। की करना आ? परमेश्वर दे वचन नू अपने अंदर बसाउणा आ। हालेलुया। तुहाडे अंदर प्रभु यीशु मसीहा दा वचन वास करना चाहिए है। जदों तुहाडे अंदर प्रभु यीशु मसीहा दा वचन है, तुहाडी बुद्ध खुल जाएगी, तुहाडी समझ खुल जाएगी, तुहाडे उपर परमेश्वर दीयां बरकतां आ जाणगियां। हालेलुया। सो परमेश्वर दे वचन नू अपने मन दे अंदर वसाओ। प्रभु यीशु मसीहा दे वचन नू अपने हिरदे दे विच ले लो, अपने मन विच वसा लो। हालेलुया। सो जिवें आपां पहलां गल कीती है मेरे भरावो, प्रभु यीशु मसीहा दे उत्ते नेचा संसारिक गल्लां दे लई नहीं करनी है, क्योंकि प्रभु यीशु मसीहा ही तुसी तुहाडे उस नूं पाउण दी नेचा तुहाडे अंदर होनी चाहिए है। कई बारी असीं सोचते हैं कि स्वर्ग सानूं मिल जाएगा, कई बारी असीं सोचते हैं वधिया सानूं आशीषां मिल जाणगियां। मैं तुहानूं पुछना चाहुंदा हाँ, प्रभु यीशु मसीहा तो बिना ये आशीषां तुहाडे किस काम दियां? प्रभु यीशु मसीहा तो बिना स्वर्ग तुहाडे किस काम दा? प्रभु यीशु मसीहा दी चाहत नूं रखो, उहदे सुभाव नूं रखो। जदों तुसी उस नूं अपने जीवन दे विच लवोगे, वो तुहाडे विच संपूर्ण हो जाएगा और तुसी उहदे विच संपूर्ण हो जाओगे। हालेलुया। सो परमेश्वर दे प्रभु यीशु मसीहा नूं उहदे सुभाव नूं ओनू अपने अंदर लै लवो। एक बारी दी तुहानूं मैं स्टोरी सुणाउणा हाँ
ਇੱਕ ਵਿਸ਼ਵਾਸੀ ਭਾਈ ਚਰਚ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਉਸ ਨੂੰ ਇੱਕ ਮਨੁੱਖ ਮਿਲਿਆ ਜਿਹੜਾ ਕਿ ਬਹੁਤ ਹੀ ਉਦਾਸ ਸੀਗਾ ਤੇ ਇਸ ਕਰਕੇ ਉਹ ਵਿਸ਼ਵਾਸੀ ਭਾਈ ਉਸ ਨੂੰ ਪੁੱਛਣ ਲਈ ਗਿਆ, ਭਾਈ ਤੂੰ ਕਿਉਂ ਉਦਾਸ ਹੈ? ਉਸ ਨੇ ਕਿਹਾ ਕਿ ਮੈਂ ਇਸ ਕਰਕੇ ਉਦਾਸ ਹਾਂ ਕਿ ਮੈਂ ਨਰਕ ਨਹੀਂ ਜਾਣਾ ਚਾਹੁੰਦਾ, ਮੈਨੂੰ ਇਹ ਚੀਜ਼ ਦਾ ਡਰ ਹੈ ਕਿਤੇ ਮੈਂ ਨਰਕ ਵਿੱਚ ਨਾ ਚਲਾ ਜਾਵਾਂ। ਉਸ ਵਿਸ਼ਵਾਸੀ ਨੇ ਕਿਹਾ, ਭਾਈ ਤੇਰੀ ਨੇਚਾ ਜਿਹੜੀ ਆ ਉਹ ਦੁਨੀਆ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਉੱਪਰ ਹੈ। ਤੇਰੀ ਭਗਤੀ ਜਿਹੜੀ ਹੈ ਉਹ ਪਰਮੇਸ਼ਵਰ ਦੇ ਉੱਤੇ ਨਹੀਂ, ਪਰਮੇਸ਼ਵਰ ਦੀਆਂ ਬਣਾਈਆਂ ਹੋਈਆਂ ਵਸਤੂਆਂ ਦੇ ਉੱਤੇ ਹੈ। ਤੇਰੀ ਨੇਚਾ, ਤੇਰੀ ਭਗਤੀ ਗਲਤ ਹੈ। ਫਿਰ ਉਹ ਉਸ ਤੋਂ ਹੋਰ ਵੀ ਅੱਗੇ ਗਿਆ। ਅੱਗੇ ਜਾਂਦਾ ਹੋਇਆ ਉਸ ਨੂੰ ਇੱਕ ਹੋਰ ਮਨੁੱਖ ਮਿਲਿਆ। ਉਹ ਵੀ ਮਨੁੱਖ ਪੂਰੀ ਤਰ੍ਹਾਂ ਉਦਾਸ ਬੈਠਾ। ਉਸ ਨੂੰ ਵੀ ਪੁੱਛਿਆ ਗਿਆ, ਭਾਈ ਤੂੰ ਕਿਉਂ ਉਦਾਸ ਹੈ? ਉਸ ਨੇ ਵੀ ਕਿਹਾ ਕਿ ਮੈਨੂੰ ਇਹ ਡਰ ਹੈ ਕਿ ਮੈਂ ਕਿਤੇ ਸਵਰਗ ਤੋਂ ਵਾਂਝਾ ਨਾ ਰਹਿ ਜਾਵਾਂ। ਮੇਰੇ ਭਾਈਓ, ਉਸ ਨੂੰ ਵੀ ਉਸ ਨੇ ਕਿਹਾ ਕਿ ਭਾਈ ਤੇਰੀ ਨੇਚਾ ਔਰ ਤੇਰੀ ਭਗਤੀ ਗਲਤ ਹੈ। ਤੂੰ ਪਰਮੇਸ਼ਵਰ ਨੂੰ ਛੱਡ ਕੇ ਪਰਮੇਸ਼ਵਰ ਦੀਆਂ ਬਣਾਈਆਂ, ਉਹਦੀ ਰਚਨਾ ਕੀਤੀਆਂ ਹੋਈਆਂ ਚੀਜ਼ਾਂ ਤੇ ਮਨ ਲਾਇਆ ਹੈ। ਤੂੰ ਸਵਰਗ ਤੋਂ ਵਾਂਝਾ ਰਹਿਣ ਦੇ ਡਰ ਤੋਂ ਪਰਮੇਸ਼ਵਰ ਦੀ ਭਗਤੀ ਕਰਦਾ ਹੈ। ਉਹਨੂੰ ਵੀ ਉਹ ਛੱਡ ਕੇ ਚਲਾ ਗਿਆ। ਫਿਰ ਉਹ ਅੱਗੇ ਗਿਆ। ਅੱਗੇ ਉਸ ਨੂੰ ਇੱਕ ਮਨੁੱਖ ਮਿਲਿਆ, ਉਹ ਬਹੁਤ ਹੀ ਖੁਸ਼ੀ ਦੇ ਨਾਲ ਭਰਪੂਰ ਆਨੰਦ ਕਰਦਾ ਹੋਇਆ। ਔਰ ਜਦੋਂ ਉਸ ਦੇ ਕੋਲੋਂ ਖੁਸ਼ੀ ਦੇ ਨਾਲ ਭੱਜ ਕੇ ਗਿਆ, ਕਹਿੰਦਾ ਭਾਈ ਤੈਨੂੰ ਕੀ ਹੋਇਆ, ਤੈਨੂੰ ਐਡੀ ਵੱਡੀ ਖੁਸ਼ੀ ਕੀ ਆ? ਉਸ ਨੇ ਬੜੇ ਆਨੰਦ ਦੇ ਨਾਲ ਕਿਹਾ, ਕਹਿੰਦਾ ਕਿ ਮੈਂ ਆਪਣੇ ਪ੍ਰਭੂ ਯਿਸੂਆ ਮਸੀਹਾ ਨੂੰ ਜਾਣ ਲਿਆ ਹੈ। ਮੈਂ ਉਹਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਆਪਣਾ ਜੀਵਨ ਦਿੱਤਾ ਹੋਇਆ ਹੈ। ਮੈਨੂੰ ਕੋਈ ਇਹ ਡਰ ਨਹੀਂ ਹੈ ਕਿ ਮੈਂ ਨਰਕ ਜਾਊਂਗਾ, ਜਾਂ ਮੈਨੂੰ ਇਹ ਡਰ ਨਹੀਂ ਹੈ ਕਿ ਮੈਂ ਸਵਰਗ ਤੋਂ ਵਾਂਝਾ ਰਹਿ ਜਾਵਾਂ। ਮੈਨੂੰ ਪਤਾ ਹੈ ਮੈਂ ਯਿਸੂਆ ਮਸੀਹਾ ਦੇ ਨਾਲ ਰਵਾਂਗਾ। ਮੈਨੂੰ ਪਤਾ ਹੈ ਕਿ ਮੈਂ ਯਿਸੂਆ ਮਸੀਹਾ ਦੇ ਨਾਲ ਰਵਾਂਗਾ, ਔਰ ਜਿੱਥੇ ਮੇਰਾ ਯਿਸੂਆ ਮਸੀਹਾ ਹੈ ਉੱਥੇ ਹੀ ਸਵਰਗ ਹੈ, ਉੱਥੇ ਹੀ ਸਭ ਕੁਝ ਹੈ। ਹਾਲੇਲੂਇਆ। ਸਾਡੀ ਨੇਚਾ, ਤੁਹਾਡੀ ਨੇਚਾ ਇਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜਿੱਥੇ ਸਾਡਾ ਪ੍ਰਭੂ ਯਿਸੂਆ ਮਸੀਹਾ ਹੈ ਉੱਥੇ ਹੀ ਅਸੀਂ ਹੋਣਾ ਹੈ। ਹਾਲੇਲੂਇਆ। ਸੋ ਪ੍ਰਭੂ ਯਿਸੂਆ ਮਸੀਹਾ ਦੀ ਚਾਹਤ ਰੱਖੋ, ਉਸ ਦੇ ਵਚਨਾਂ ਨੂੰ ਆਪਣੇ ਮਨ ਦੇ ਵਿੱਚ ਵਾਸ ਕਰ ਲਵੋ। ਸੰਸਾਰ ਦੀਆਂ ਚੀਜ਼ਾਂ ਨੂੰ ਨਾ ਸੁਣੋ। ਸੰਸਾਰ ਤੁਹਾਨੂੰ ਕੀ ਕਹਿ ਰਿਹਾ ਹੈ? ਇਸ ਵਕਤ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਉੱਤੇ ਪ੍ਰਭਾਵਿਤ ਹੈ। ਹਾਂ, ਇਹ ਫੈਕਟ ਹੈ, ਇਹ ਸੱਚ ਹੈ। ਲੇਕਿਨ ਸਾਡਾ ਪ੍ਰਭੂ ਯਿਸੂਆ ਮਸੀਹਾ ਉਹ ਜੈ ਪਾਇਆ ਹੋਇਆ ਪਰਮੇਸ਼ਵਰ ਹੈ। ਉਹਦੇ ਵਚਨਾਂ ਨੂੰ ਆਪਣੇ ਮਨ ਵਿੱਚ ਉਹਦੇ ਵਸਾ ਲਵੋ ਕਿ ਪ੍ਰਭੂ ਤੂੰ ਸਾਡੇ ਨਾਲ ਹੈ, ਸਾਡੀ ਉੱਤੇ ਕੋਈ ਵੀ ਬਦੀ ਨਹੀਂ ਆਏਗੀ। ਹਾਲੇਲੂਇਆ। ਸੋ ਆਪਣਾ ਧਿਆਨ ਪ੍ਰਭੂ ਯਿਸੂਆ ਮਸੀਹਾ ਦੇ ਉੱਤੇ ਲਗਾਓ। ਮੱਤੀ ਦੀ ਅੰਜੀਲ 6 ਅਧਿਆਇ ਦਾ 22 ਵਚਨ, ਸਰੀਰ ਦਾ ਦੀਵਾ ਅੱਖ ਹੈ। ਹਾਲੇਲੂਇਆ। ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ। ਹਾਲੇਲੂਇਆ। ਸਰੀਰ ਨੂੰ ਰੋਸ਼ਨੀ ਕਰਨ ਵਾਲੀ ਸਾਡੀ ਅੱਖ ਹੈ। ਹੁਣ ਤੁਸੀਂ ਇਹ ਧਿਆਨ ਦੇਣਾ ਹੈ, ਇਸ ਗੱਲ ਦੇ ਉੱਤੇ ਚੌਕਸ ਰਹਿਣਾ ਹੈ ਕਿ ਅਸੀਂ ਕੀ ਦੇਖਦੇ ਹਾਂ। ਅਗਰ ਤੁਹਾਡਾ ਧਿਆਨ, ਤੁਹਾਡੀਆਂ ਅੱਖਾਂ ਇਸ ਸੰਸਾਰ ਦੇ ਉੱਤੇ ਲੱਗੀਆਂ ਹੋਈਆਂ ਹਨ, ਸੋ ਮੇਰੇ ਭਰਾਵੋ, ਉਸ ਵਕਤ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੈ, ਚੌਕਸ ਰਹਿਣ ਦੀ ਲੋੜ ਹੈ। ਤੁਹਾਡਾ ਧਿਆਨ, ਤੁਹਾਡੀਆਂ ਅੱਖਾਂ ਕਿਸੇ ਮਨੁੱਖ ਉੱਤੇ ਲੱਗੀਆਂ ਹੋਈਆਂ ਹਨ? ਕੀ ਤੁਹਾਡਾ ਧਿਆਨ ਆਪਣੇ ਕਿਸੇ ਚਰਚ ਬਿਲਡਿੰਗ ਉੱਤੇ ਲੱਗਾ ਹੋਇਆ ਹੈ? ਕੀ ਤੁਹਾਡੀਆਂ ਅੱਖਾਂ ਕਿਸੇ ਲੀਡਰ ਉੱਤੇ ਲੱਗੀਆਂ ਹੋਈਆਂ ਹਨ? ਜਾਂ ਤੁਹਾਡੀਆਂ ਅੱਖਾਂ ਸੰਸਾਰ ਦੇ ਲੋਕਾਂ ਉੱਤੇ ਲੱਗੀਆਂ ਹੋਈਆਂ ਹਨ? ਤਾਂ ਤੁਸੀਂ ਧੋਖਾ ਖਾਓਗੇ। ਪਰ ਬਾਈਬਲ ਕਹਿੰਦੀ ਹੈ, ਬਾਈਬਲ ਸਾਨੂੰ ਦੱਸਦੀ ਹੈ ਕਿ ਜਿਨ੍ਹਾਂ ਨੇ ਪ੍ਰਭੂ ਯਿਸੂਆ ਮਸੀਹਾ ਦੇ ਚਿਹਰੇ ਨੂੰ ਦੇਖਿਆ ਉਹ ਕਦੀ ਸ਼ਰਮਿੰਦਾ ਨਹੀਂ ਹੋਏ। ਹੋ ਸਕਦਾ ਤੁਹਾਡੀਆਂ ਅੱਖਾਂ ਅੱਜ ਇਨਸਾਨ ਦੀ ਵੱਲ ਲੱਗੀਆਂ ਹੋਣ, ਤੁਹਾਡੀਆਂ ਅੱਖਾਂ ਕਿਸੇ ਚਰਚ ਬਿਲਡਿੰਗ ਵੱਲ ਲੱਗੀਆਂ ਹੋਣ, ਤੁਹਾਡੀਆਂ ਅੱਖਾਂ ਤੁਹਾਡੇ ਓਨਰਾਂ ਦੇ ਉੱਤੇ ਲੱਗੀਆਂ ਹੋਣ, ਤੁਹਾਡੇ ਮਾਲਕਾਂ 'ਤੇ ਲੱਗੀਆਂ ਹੋਣ। ਪਰ ਮੇਰੇ ਭਰਾਵੋ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਆਪਣੀਆਂ ਅੱਖਾਂ ਪ੍ਰਭੂ ਯਿਸੂਆ ਮਸੀਹਾ ਦੇ ਉੱਤੇ ਲਗਾਓ। ਜਦੋਂ ਤੁਹਾਡੀਆਂ ਅੱਖਾਂ ਪ੍ਰਭੂ ਯਿਸੂਆ ਮਸੀਹਾ 'ਤੇ ਲੱਗੀਆਂ ਹੋਣਗੀਆਂ ਤਾਂ ਤੁਹਾਨੂੰ ਉਹ ਸ਼ਰਮਿੰਦਾ ਨਹੀਂ ਹੋਣ ਦੇਵੇਗਾ।
ਤੁਹਾਨੂੰ ਨੀਵਿਆਂ ਨਹੀਂ ਹੋਣ ਦੇਵੇਗਾ, ਕਿਉਂਕਿ ਪ੍ਰਭੂ ਯਿਸੂ ਮਸੀਹਾ ਦੇ ਚਿਹਰੇ ਵੱਲ ਜੋ ਤੱਕਦੇ ਹਨ ਉਹ ਕਦੀ ਸ਼ਰਮਿੰਦੇ ਨਹੀਂ ਹੁੰਦੇ, ਉਹ ਕਦੀ ਵੀ ਸ਼ਰਮਿੰਦੇ ਨਹੀਂ ਹੁੰਦੇ। ਉਹਨਾਂ ਦੇ ਚਿਹਰੇ ਸਗੋਂ ਉਜਵਲ ਹੁੰਦੇ ਹਨ। ਹਾਲੇਲੂਇਆ। ਹੋ ਸਕਦਾ ਹੈ ਤੁਹਾਡਾ ਮਾਈਂਡ, ਤੁਹਾਡਾ ਮਨ ਚਿੰਤਾ ਦੇ ਵਿੱਚ ਹੋਵੇ, ਤੁਹਾਡਾ ਮਨ ਸ਼ਾਇਦ ਬੁਰੀ ਤਰ੍ਹਾਂ ਦੇ ਨਾਲ ਟੁੱਟਿਆ ਹੋਵੇ, ਤੁਹਾਡਾ ਮਨ ਸ਼ਾਇਦ ਹਾਲਾਤਾਂ ਨੂੰ ਦੇਖ ਕੇ ਘਬਰਾਇਆ ਹੋਵੇ, ਪਰ ਮੈਂ ਤੁਹਾਨੂੰ ਖੁਸ਼ਖਬਰੀ ਦਿੰਦਾ ਹਾਂ, ਪ੍ਰਭੂ ਯਿਸੂ ਮਸੀਹਾ ਦੇ ਚਿਹਰੇ ਵੱਲ ਦੇਖਣਾ ਸ਼ੁਰੂ ਕਰੋ। ਪ੍ਰਭੂ ਯਿਸੂ ਮਸੀਹਾ ਦੇ ਚਿਹਰੇ ਵੱਲ ਦੇਖਣਾ ਸ਼ੁਰੂ ਕਰੋ। ਉਹ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ, ਤੁਹਾਨੂੰ ਲੱਜਿਤ ਨਹੀਂ ਹੋਣ ਦੇਵੇਗਾ, ਬਲਕਿ ਤੁਹਾਡੇ ਚਿਹਰਿਆਂ ਨੂੰ ਉਜਵਲ ਕਰ ਦੇਵੇਗਾ। ਹਾਲੇਲੂਇਆ। ਸੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਚੱਲਦੇ ਹਾਂ। ਰੋਮੀਆਂ ਦੀ 12 ਅਧਿਆਇ ਦੀ 2 ਵਚਨ। ਰੋਮੀਓ 12 ਅਧਿਆਇ ਦਾ 2 ਵਚਨ ਮੇਰੇ ਨਾਲ ਤੁਸੀਂ ਕੱਢੋ। 12 ਅਧਿਆਇ ਦਾ 2 ਵਚਨ। ਰੋਮੀਓ 12 ਅਧਿਆਇ ਦਾ 2 ਵਚਨ। ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਪਈ ਪਰਮੇਸ਼ਵਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਾ ਕੀ ਹੈ। ਹਾਲੇਲੂਇਆ। ਸੋ ਕੀ ਕਰਨਾ ਆ? ਆਪਣੇ ਨਵੀਂ ਬੁੱਧ ਵਿੱਚ ਜਾ ਕੇ ਪਰਮੇਸ਼ਵਰ ਦੇ ਸਰੂਪ ਹੁੰਦੇ ਜਾਣਾ ਆ। ਕਿਹੜੇ ਸਰੂਪ? ਅਦਨ ਦੇ ਬਾਗ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਭੂ ਨੇ ਸਾਨੂੰ ਬਣਾਇਆ, ਉਸ ਰੂਪ ਦੇ ਵਿੱਚ ਬਦਲਦੇ ਜਾਣਾ ਹੈ। ਮਹਿਮਾ ਦੇ ਰੂਪ ਦੇ ਵਿੱਚ ਬਦਲਦੇ ਜਾਣਾ ਹੈ। ਸੰਸਾਰ ਦੀਆਂ ਕਾਮਨਾਵਾਂ, ਸੰਸਾਰ ਦੀਆਂ ਇੱਛਾਵਾਂ, ਸੰਸਾਰ ਦੇ ਉੱਤੇ ਧਿਆਨ ਲਾਉਣ ਕਰਕੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਇਸ ਸੰਸਾਰ ਦੀ ਵਾਂਗੂ ਹੋ ਗਏ। ਪਾਪ ਨੇ ਸਾਨੂੰ ਖਿੱਚ ਲਿਆ। ਜਦੋਂ ਪਾਪ ਸਾਡੇ ਤੇ ਹਾਵੀ ਹੋ ਗਿਆ, ਜਦੋਂ ਸਾਡੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ, ਉਹ ਸਹੀ ਸਮੇਂ ਦੇ ਉੱਤੇ ਪ੍ਰਭੂ ਯਿਸੂ ਮਸੀਹਾ ਇਸ ਧਰਤੀ ਦੇ ਉੱਤੇ ਆਏ, ਮਨੁੱਖ ਬਣ ਕੇ, ਜੋ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਜੋ ਸੱਚਾ ਪਰਮੇਸ਼ਵਰ ਹੈ, ਉਹ ਇਸ ਧਰਤੀ ਦੇ ਉੱਤੇ ਆਇਆ। ਉਸਨੇ ਦੇਖ ਲਿਆ ਭਈ ਇਹ ਸੰਸਾਰ ਦੇ ਰੂਪ ਦੇ ਵਿੱਚ ਬਦਲ ਗਏ। ਇਹ ਮੇਰੀ ਬਣਾਈ ਹੋਈ ਹੱਥਾਂ ਦੀ ਮੂਰਤ, ਮੇਰੇ ਸਰੂਪ ਦੇ ਉੱਤੇ ਬਣਾਈ ਗਈ ਹੋਈ ਮੂਰਤ, ਇਹ ਬਦਲ ਗਈ ਹੈ। ਇਸ ਨੇ ਸੰਸਾਰ ਦਾ ਰੂਪ ਧਾਰਨ ਕਰ ਲਿਆ ਹੈ। ਤਾਂ ਉਸ ਨੂੰ ਤੋੜਨ ਦੇ ਲਈ, ਉਸ ਸੰਸਾਰ ਦੇ ਰੂਪ ਨੂੰ ਤੋੜਨ ਦੇ ਲਈ ਪ੍ਰਭੂ ਯਿਸੂ ਮਸੀਹਾ ਨੂੰ ਆਪਣਾ ਕੀਮਤੀ ਲਹੂ ਬਹਾਉਣਾ ਪਿਆ। ਸਿਰ ਤੇ ਕੰਡਿਆਂ ਦਾ ਤਾਜ ਪਹਿਨਣਾ ਪਿਆ। ਹੱਥਾਂ ਪੈਰਾਂ ਦੇ ਵਿੱਚ ਕਿੱਲ ਠਕਵਾਉਣੇ ਪਏ। ਬਾਈਬਲ 'ਚ ਲਿਖਿਆ ਉਹਦੀ ਦਾੜੀ ਖਿੱਚੀ ਗਈ, ਉਹਦੀ ਪਿੱਠ ਉੱਤੇ ਕੋੜੇ ਮਾਰੇ ਗਏ। ਇਹ ਸਭ ਇਸ ਲਈ ਕਿ ਸੰਸਾਰ ਦੀ ਸਾਰੀ ਮਿੱਤਰਤਾ ਖਤਮ ਹੋ ਜਾਏ, ਸੰਸਾਰ ਦਾ ਮੋਹ ਖਤਮ ਹੋ ਜਾਏ, ਪਾਪ ਸਾਡੇ ਵਿੱਚੋਂ ਨਿਕਲ ਜਾਏ। ਜੋ ਅਸੀਂ ਸੰਸਾਰ ਦਾ ਰੂਪ ਧਾਰ ਕਰ ਲਿਆ ਸੀਗਾ, ਉਹ ਰੂਪ ਸਾਡੇ ਚੋਂ ਨਿਕਲ ਜਾਏ, ਅਸੀਂ ਪ੍ਰਭੂ ਯਿਸੂ ਮਸੀਹਾ ਜਿਹੇ ਬਣ ਜਾਈਏ। ਇਸੇ ਲਈ ਉਸਨੇ ਸਾਡੇ ਵਾਸਤੇ, ਇਸ ਸਾਰੇ ਜਗਤ ਵਾਸਤੇ ਆਪਣਾ ਕੀਮਤੀ ਲਹੂ ਬਹਾ ਦਿੱਤਾ। ਕਰੂਸ ਕਲਵਰੀ ਉੱਤੇ ਜਾਨ ਦੇ ਦਿੱਤੀ ਔਰ ਉਸਨੇ ਸਾਨੂੰ ਆਜ਼ਾਦ ਕਰ ਲਿਆ। ਅਸੀਂ ਸੰਸਾਰ ਦੇ ਵਿੱਚ ਖੁੱਬੇ ਹੋਏ ਸੀ, ਸ਼ੈਤਾਨ ਦੇ ਹੱਥਾਂ ਦੇ ਵਿੱਚ ਫਸੇ ਹੋਏ ਸੀਗੇ। ਉਸਨੇ ਸੰਸਾਰ ਦੇ ਹੱਥਾਂ ਦੇ ਵਿੱਚੋਂ, ਸ਼ੈਤਾਨ ਦੇ ਹੱਥਾਂ ਦੇ ਵਿੱਚੋਂ ਕੱਢ ਕੇ ਸਾਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਜਦੋਂ ਅਸੀਂ ਪਾਪ ਦੇ ਗੁਲਾਮ ਸੀਗੇ, ਸਾਨੂੰ ਉਸਨੇ ਆਪਣੇ ਬੇਟੇ ਹੋਣ ਦਾ ਹੱਕ ਦਿੱਤਾ। ਅੱਜ ਇੱਕ ਵਾਰੀ ਫਿਰ ਮੈਂ ਤੁਹਾਨੂੰ ਕਹਿੰਦਾ ਹਾਂ, ਮੇਰੇ ਭਰਾਵੋ, ਮੇਰੀ ਉਹ ਭੈਣੋ, ਪ੍ਰਭੂ ਯਿਸੂ ਮਸੀਹਾ ਦੇ ਉੱਤੇ ਮਨ ਲਾਓ। ਚੌਕਸ ਰਹੋ, ਚੌਕਸ ਰਹੋ। ਦੇਖੋ ਕਿਤੇ ਤੁਹਾਡਾ ਮਨ ਸੰਸਾਰ ਵੱਲ ਤਾਂ ਨਹੀਂ ਭਟਕ ਗਿਆ। ਧਿਆਨ ਦੇਵੋ ਕਿ ਤੁਹਾਡਾ ਮਨ ਕਿਤੇ ਸੰਸਾਰਿਕ ਗੱਲਾਂ ਦੇ ਲਈ ਤਾਂ ਨਹੀਂ ਲੱਗਾ ਹੋਇਆ। ਅਗਰ ਲੱਗਾ ਹੋਇਆ ਹੈ ਤਾਂ ਅੱਜ ਇੱਕ ਵਾਰੀ ਫਿਰ ਵੇਲਾ ਹੈ। ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹਾ ਦੇ ਸਮਰਪਣ ਕਰੋ। ਆਪਣੇ ਆਪ ਨੂੰ ਖੁਦਾਵੰਦ ਯਿਸੂ ਮਸੀਹਾ ਦੇ ਸਮਰਪਣ ਕਰੋ। ਆਪਣੇ ਆਪ ਨੂੰ ਉਹਦੇ ਅਧੀਨ ਕਰੋ ਔਰ ਮਾਫੀ ਮੰਗੋ ਔਰ ਉਸ ਨੂੰ ਕਹੋ, ਪ੍ਰਭੂ ਮੈਂ ਸੰਸਾਰ ਦੇ ਵਿੱਚ ਖੁੱਭ ਗਿਆ ਸੀਗਾ, ਪਰ ਅੱਜ ਮੈਨੂੰ ਪਤਾ ਹੈ ਤੂੰ ਮੇਰੇ ਬਦਲੇ ਇਸ ਦੁਨੀਆ ਦੇ ਉੱਤੇ ਆਇਆ, ਇਸ ਧਰਤੀ ਦੇ ਉੱਤੇ ਆਇਆ, ਆਪਣਾ ਕੀਮਤੀ ਲਹੂ ਬਹਾਇਆ ਔਰ ਮੈਨੂੰ ਆਪਣਾ ਪੁੱਤਰ ਹੋਣ ਦਾ ਹੱਕ ਦਿੱਤਾ ਹੈ। ਪ੍ਰਭੂ ਯਿਸੂ ਮਸੀਹਾ ਤੁਹਾਨੂੰ ਪਿਆਰ ਕਰਦਾ ਹੈ। ਮੇਰੇ ਭਰਾਵੋ, ਤੁਹਾਨੂੰ ਪਿਆਰ ਕਰਦਾ ਹੈ। ਉਸ ਨੇ ਆਪਣਾ ਪਿਆਰ ਬੋਲ ਕੇ ਨਹੀਂ,
ਬਲਕਿ ਕਰੂਸ ਉੱਤੇ ਆਪਣੀ ਜਾਨ ਦੇ ਕੇ ਦਿਖਾਇਆ ਹੈ। ਸੋ ਅੱਜ ਤੁਹਾਨੂੰ ਇੱਕ ਵਾਰੀ ਫਿਰ ਮੌਕਾ ਦਿੱਤਾ ਹੈ ਕਿ ਆਪਣੇ ਆਪ ਨੂੰ ਸਮਰਪਣ ਕਰਕੇ ਪ੍ਰਭੂ ਯਿਸੂਆ ਮਸੀਹਾ ਦੇ ਸਰੂਪ ਵਿੱਚ ਬਦਲ ਜਾਓ। ਉਸਨੇ ਕਿਹਾ ਹੈ ਕਿ ਜਿਹੋ ਜਿਹਾ ਮੈਂ ਹਾਂ ਅਜਿਹੇ ਬਣ ਜਾਓ। ਹਾਲੇਲੂਇਆ। ਜਿਹੋ ਜਿਹਾ ਪ੍ਰਭੂ ਯਿਸੂਆ ਹੈ ਉਹੋ ਜਿਹੇ ਬਣ ਜਾਓ। ਆਓ ਅੱਜ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਯਿਸੂਆ ਮੇਰੇ ਵਿੱਚੋਂ ਤੂੰ ਮੈਨੂੰ ਕੱਢ ਲੈ ਔਰ ਆਪਣਾ ਮੇਰੇ ਅੰਦਰ ਭਰ ਦੇ। ਮੇਰੇ ਅੰਦਰੋਂ ਮੈਨੂੰ ਕੱਢ ਲੈ, ਮੇਰੀ ਮੈਂ ਨੂੰ ਕੱਢ ਦੇ ਔਰ ਮੇਰੇ ਵਿੱਚ ਤੂੰ ਆਪਣਾ ਆਪ ਭਰ ਦੇ। ਹਾਲੇਲੂਇਆ, ਹਾਲੇਲੂਇਆ। ਆਓ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਪ੍ਰਭੂ ਯਿਸੂਆ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਯਿਸੂਆ, ਮੈਂ ਤੁਹਾਡੇ ਲੋਕਾਂ ਨੂੰ ਜੋ ਪ੍ਰਭੂ ਯਿਸੂਆ ਤੁਹਾਡੇ ਅੱਗੇ ਸਿਰ ਝੁਕਾਈ ਬੈਠੇ ਹਨ ਉਹਨਾਂ ਨੂੰ ਤੁਹਾਡੇ ਸਮਰਪਣ ਕਰਦਾ ਹਾਂ। ਪ੍ਰਭੂ ਯਿਸੂਆ ਇਸ ਬੁੱਧ ਦੇ ਵਿੱਚ ਇਸ ਸੰਸਾਰ ਨੂੰ ਪਰਮੇਸ਼ਵਰ ਜੀ ਹਰਾ ਕੇ ਉਹ ਪ੍ਰਭੂ ਯਿਸੂਆ ਬੁੱਧ ਦੇ ਵਿੱਚ ਨਵੇਂ ਹੋ ਕੇ ਇਹ ਤੁਹਾਡੇ ਸਰੂਪ ਹੋ ਜਾਣ। ਪ੍ਰਭੂ ਜੀ ਇਹਨਾਂ ਦਾ ਮਨ ਤੁਹਾਡੇ ਉੱਤੇ ਲੱਗ ਜਾਏ। ਪ੍ਰਭੂ ਯਿਸੂਆ ਜੀ ਇਹਨਾਂ ਦਾ ਧਿਆਨ ਤੁਹਾਡੇ ਉੱਤੇ ਲੱਗ ਜਾਏ। ਪ੍ਰਭੂ ਯਿਸੂਆ ਜੀ ਹਰ ਤਰ੍ਹਾਂ ਦੀ ਸ਼ੈਤਾਨੀ ਸ਼ਕਤੀ, ਹਰ ਤਰ੍ਹਾਂ ਦੀ ਜਾਦੂ ਦੀ ਸ਼ਕਤੀ, ਹਰ ਤਰ੍ਹਾਂ ਦੀ ਕੋਈ ਵੀ ਬਿਮਾਰੀ ਇਹਨਾਂ ਤੋਂ ਦੂਰ ਹੋ ਜਾਏ। ਪ੍ਰਭੂ ਯਿਸੂਆ ਮਸੀਹਾ ਦੇ ਨਾਮ ਦੇ ਵਿੱਚ ਅਸੀਂ ਡਾਂਟਦੇ ਹਾਂ, ਹੁਕਮ ਦਿੰਦੇ ਹਾਂ ਹਰ ਇੱਕ ਅੰਧਕਾਰ ਦੀ ਸ਼ਕਤੀ ਨੂੰ, ਹਰ ਇੱਕ ਜਾਦੂ ਟੂਣੇ ਦੀ ਸ਼ਕਤੀ ਨੂੰ ਇਹਨਾਂ ਦੇ ਘਰ ਵਿੱਚੋਂ, ਇਹਨਾਂ ਦੇ ਪਰਿਵਾਰ ਵਿੱਚੋਂ, ਇਹਨਾਂ ਦੇ ਸਾਰੇ ਰੁਜ਼ਗਾਰ ਦੇ ਵਿੱਚੋਂ ਨਿਕਲ ਜਾਏ। ਇਸੇ ਵਕਤ ਨਿਕਲ ਜਾਏ। ਪ੍ਰਭੂ ਯਿਸੂਆ ਇਹਨਾਂ ਦੇ ਜੀਵਨ ਦੇ ਵਿੱਚ ਬਦਲਾਵ ਆ ਜਾਏ। ਤੁਹਾਡੀ ਰੂਹਾਨੀਅਤ, ਤੁਹਾਡੀ ਆਤਮਾ ਦੀ ਸ਼ਕਤੀ ਇਹਨਾਂ ਦੇ ਜੀਵਨ 'ਚ ਕੰਮ ਕਰੇ। ਪ੍ਰਭੂ ਜੀ ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਯਿਸੂਆ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ। ਗੋਡ ਬਲੈਸ ਯੂ ਆਲ। ਜੈ ਮਸੀਹ ਦੀ।